ਇੱਕ ਪਰਸਨਲ ਮੈਸੇਜ ਕਰਕੇ ਪੁੱਛਿਆ ਹੈ। ਮੇਰਾ ਨਾਮ ਮਲਕੀਤ ਸਿੰਘ ਆ ਜੀ। 1 ਸਾਲ ਹੋ ਗਿਆ ਜੀ ਅੰਮ੍ਰਿਤ ਛਕੇ ਮੈਨੂੰ, ਪਰ ਸਿਮਰਨ ਵਿੱਚ ਮਨ ਨਹੀਂ ਲੱਗਦਾ। ਕ੍ਰੋਧ ਵੀ ਬਹੁਤ ਆਉਂਦਾ ਹੈ। ਕਿਰਪਾ ਕਰਕੇ ਮਾਰਗ ਦਰਸ਼ਨ ਕਰੋ ਜੀ। ਜਿਹਨੂੰ ਤੁਸੀਂ ਅੰਮ੍ਰਿਤ ਛਕਿਆ ਹੋਇਆ ਕਹਿੰਦੇ ਹੋ, ਉਹ ਧਰਮ ਦੇ ਵਿੱਚ ਪਹਿਲਾ ਕਦਮ ਹੈ, ਸ਼ੁਰੂਆਤ ਹੈ, ਦਾਖਲਾ ਹੈ। ਇੰਨੇ ਨਾਲ ਹੀ ਮਨ ਨਹੀਂ ਟਿਕਦਾ ਹੈ, ਧਰਮ ਦੀ ਸਮਝ ਵੀ ਨਹੀਂ ਆਉਂਦੀ ਹੈ ਵਾਸਤਵਿਕ ਦੇ ਵਿੱਚ। ਪਹਿਲਾਂ ਤਾਂ ਤੁਸੀਂ ਵਾਸਤਵਿਕ ਧਰਮ ਨੂੰ ਸਮਝੋ, ਕਦਮ ਬਾ ਕਦਮ ਕਿਵੇਂ ਉਸ ਵਾਸਤਵਿਕ ਧਰਮ ਦੇ ਵਿੱਚ ਪਹੁੰਚਿਆ ਜਾਂਦਾ ਹੈ, ਜਿੱਥੇ ਜਾ ਕੇ ਸਿਮਰਨ ਦੇ ਵਿੱਚ ਮਨ ਟਿਕਦਾ ਹੈ। ਇਹਨਾਂ ਦਾ ਨੰਬਰ ਗਰੁੱਪ ਦੇ ਵਿੱਚ ਐਡ ਹੈ, ਪਤਾ ਨਹੀਂ ਹੈ। ਅਗਰ ਨਹੀਂ ਹੈ ਤੇ ਤੁਸੀਂ ਧਰਮ ਦੀ ਯਾਤਰਾ ਕਰਨੀ ਚਾਹੁੰਦੇ ਹੋ ਤੇ ਰੈਗੂਲਰ ਲਗਾਤਾਰ ਤੁਹਾਨੂੰ ਧਰਮ ਦੇ ਪੱਖ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਉਹਨੂੰ ਸੁਣਨਾ ਹੋਵੇਗਾ ਤੇ ਸਮਝਣਾ ਹੋਵੇਗਾ, ਤੇ ਨਾਲ ਨਾਲ ਚੱਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਵਾਸਤਵਿਕ ਧਰਮ ਕੀ ਹੈ। ਖਿਆਲ ਵਿੱਚ ਰੱਖੋ, ਪਹਿਲਾਂ ਸਮਝੋ ਕਿ ਆਮ ਸਧਾਰਣਤਾ ਹੈ, ਬਾਹਰ ਜੋ ਤੁਸੀਂ ਧਰਮ ਦੇਖਦੇ ਹੋ, ਧਰਮ ਦਾ ਪ੍ਰਚਾਰ ਵੀ ਸੁਣਦੇ ਹੋ, ਉਹ ਸਿਰਫ ਪ੍ਰਾਇਮਰੀ ਹੈ, ਪ੍ਰਥਮ ਹੈ, ਪਹਿਲੀਆਂ ਕਲਾਸਾਂ ਕਹਿ ਲਈ। ਉਹਦਾ ਹੀ ਪ੍ਰਚਾਰ ਜ਼ਿਆਦਾਤਰ ਹੁੰਦਾ ਹੈ, ਉਹਨੂੰ ਹੀ ਵਾਸਤਵਿਕ ਧਰਮ ਦੀ ਉਪਲਬਧੀ ਸਮਝਿਆ ਜਾਂਦਾ ਹੈ। ਹੁਣ ਪ੍ਰਚਾਰਕ ਕੀ ਕਹਿੰਦੇ ਹਨ ਵੀ ਤੁਸੀਂ ਗੁਰੂ ਵਾਲੇ ਹੋ ਜਾਓ, ਗੁਰੂ ਬਿਨਾਂ ਗਤ ਨਹੀਂ, ਵੀ ਅੰਮ੍ਰਿਤ ਛਕ ਲੋ 5 ਪਿਆਰਿਆਂ ਕੋਲੋਂ ਤੇ ਕਕਾਰ ਪਾ ਲੋ, ਰਹਿਤ ਬਹਿਤ ਦੇ ਵਿੱਚ ਪੂਰੇ ਰਹੋ, ਨਿਤਨੇਮ ਕਰਦੇ ਰਹੋ, ਜਿਸ ਢੰਗ ਦੇ ਨਾਲ ਦੱਸਦੇ ਹਨ। ਤੇ ਧਾਰਮਿਕ ਸਥਾਨਾਂ ਤੇ ਜਾਓ, ਪਾਠ ਪੂਜਾ ਕਰੋ, ਜੋ ਜੋ ਵੀ ਉਹ ਕਰਮ ਦੱਸਦੇ ਹਨ ਧਾਰਮਿਕ, ਉਹ ਕਰਦੇ ਰਹੋਗੇ ਤੇ ਗੁਰੂ ਤੁਹਾਡੀ ਬਾਂਹ ਫੜੇਗਾ, ਨਰਕਾਂ 'ਚ ਨਹੀਂ ਪੈਣ ਦੇਵੇਗਾ। ਇਹੋ ਹੀ ਕਹਿੰਦੇ ਹਨ ਵੀ ਗੁਰੂ ਵਾਲੇ ਹੋਵੋਗੇ ਤੇ ਗੁਰੂ ਤੁਹਾਡੀ ਮਰਨ ਤੋਂ ਬਾਅਦ ਸਹਾਇਤਾ ਕਰੇਗਾ। ਪਰ ਇਹ ਵਾਸਤਵਿਕ ਨਹੀਂ ਹੈ, ਖਿਆਲ ਵਿੱਚ ਰੱਖੋ। ਇਹ ਸਿਰਫ ਧਰਮ ਦਾ ਪਹਿਲਾ ਕਦਮ ਹੈ। ਸਿਰਫ ਕਕਾਰ ਪਾਉਣ ਦੇ ਨਾਲ ਹੀ ਜਾਂ ਬਾਹਰ ਕਰਮ ਕਾਂਡ ਕਰਨ ਦੇ ਨਾਲ ਹੀ, ਪਾਠ ਪੂਜਾ ਕਰਨ ਦੁਆਰਾ ਹੀ ਅੰਦਰ ਦੈਵੀ ਗੁਣ ਥੋੜ੍ਹੀ ਆ ਜਾਂਦੇ ਹਨ। ਇਹੋ ਹੀ ਤਾਂ ਬਾਬੇ ਨਾਨਕ ਨੇ ਕਿਹਾ ਸੀ ਉਸ ਸਮੇਂ ਧਾਰਮਿਕ ਲੋਕਾਂ ਨੂੰ, ਜਦੋਂ ਜਨੇਊ ਪਾਉਣ ਲੱਗੇ ਸਨ ਬਾਬੇ ਨਾਨਕ ਦੇ ਗਲ ਵਿੱਚ, ਤਾਂ ਉਹਨਾਂ ਨੇ ਕਿਹਾ ਸੀ ਵੀ ਜਨੇਊ ਪਾਉਣ ਨਾਲ ਹੀ
ਕਿ ਅੰਦਰ ਦੇ ਦੇਵੀ ਗੁਣ ਆ ਜਾਣਗੇ, ਮੇਰਾ ਮਨ ਸ਼ਾਂਤ ਹੋ ਜਾਵੇਗਾ। दैवी गुण होने चाहिए ना, दया कपा संतोख सूत जत गंढी सतवट एहो जनेऊ जी का हई तां पांडे कत। ये अंदर दा जनेऊ, अंदर दा जरूरी है। बाहर दे नाल बाहर ककार पा लए, पहरावा पा लिया धार्मिक, जनेऊ पा लिया, ਉਹਦੇ ਨਾਲ अंदर दी वासना थोड़ी मरदी है, ਕਾਮਨਾ ਥੋੜੀ ਮਰਦੀ। ਤੁਸੀਂ ਸੋਚੋ, ਇਹੋ ਹੀ ਕਬੀਰ ਨੇ ਕਿਹਾ ਸੀ ਜਦੋਂ ਉਹਦੀ ਸੁੰਨਤ ਕਰਨ ਲੱਗੇ ਸਨ, ਵੀ ਸੁੰਨਤ ਕੀਤਿਆਂ ਕੀ ਗੱਲ ਮੇਰੇ ਅੰਦਰੋਂ ਉਹ ਕ੍ਰੋਧ ਮਰ ਜਾਵੇਗਾ, ਜਿਵੇਂ ਤੁਸੀਂ ਕਿਹਾ ਹੈ ਕ੍ਰੋਧ, ਮਨ ਸ਼ਾਂਤ ਹੋ ਜਾਵੇਗਾ ਜਿਹੜਾ ਸੰਸਾਰ ਵਿੱਚ ਭਟਕ ਰਿਹਾ ਹੈ, दैवी गुण आ जाएंगे। बाहरी धार्मिक चिन्ह पा के, धार्मिक पहरावा पा के, बाहरों धार्मिक हो के, ਇਹੋ गल अजोके समय च भी की जा सकती है, पर ओहो ही कर सकता है जिहदी बिरती बाबे नानक वर्गी होवे ਜਾਂ ਕਬੀਰ ਜੀ ਵਰਗੀ ਹੋਵੇ। ਵੀ ਬਾਹਰੀ ਕਕਾਰ ਪਾ ਕੇ, ਬਾਹਰੀ ਪਹਿਰਾਵਾ ਪਾ ਕੇ ਧਾਰਮਿਕ, ਅੰਦਰ ਉਹ दैवी ਗੁਣ ਥੋੜੀ ਆ ਜਾਣਗੇ, ਕੁਕਰਮ ਮਰ ਥੋੜੀ ਜਾਣਗੇ। क्रोध काम वासना चाहत तृष्णा ये चले थोड़ी जाणगे बाहर कुकार पा के। पर यह गल ओहो ही कर सकता जिन्हें बाहरी धर्म नूं जाणिया होवे ते ओह वास्तविक धर्म नूं उपलब्ध होया होवे, दूसरा नहीं कर सकता। आम साधारण आदमी नूं ते इहो ख्याल हुंदा है कि जो धार्मिक लोग दसदे हन, धर्म की परिभाषा करते हैं, इहो ही धर्म है। तो वार वार कहते हैं भी गुरु वाले हो जो, अमृत छक लो, ते जो मर्यादा दसदे हन, नियम दसदे हन, भी ये गुरु वालों कह गए हैं, तो उस मर्यादा दे विच नियम दे विच रहोगे, ओह कर्म करोगे धार्मिक, ते गुरु खुश होवेगा। ते आम साधारणतः लोग इउं ही सोचते हैं ते 99% लोग ये पहले कदम ते ही अटके हुए हैं। ये प्राइमरी पहला कदम, शुरुआत इत्थे ही हुंदे हन ज़्यादातर लोग, क्योंकि प्रचार भी इसे धर्म दा ही है। जिवें प्राइमरी क्लास दे विच ज़्यादा बच्चे हुंदे हन, पढ़ाउण वाले भी ज़्यादा हुंदे, ते बाहर स्कूलों दे विच ते अगलियां क्लासां च ज़्यादा बच्चे जांदे हन, पर धार्मिक जगत दे विच अगाहां कोई बहुत घट वधदा है, बहुत विरला। ज़्यादातर धार्मिक लोग इहो ही सोचते हैं, तो वो पाठ पूजा करते रहिंदे, नितनेम करते रहिंदे, ते धर्म कर्म जो धार्मिक लोग दसदे हैं उदां करते रहिंदे हैं। कई मर्यादा भी पगाउंदे हैं, बड़ी कोशिश करते हैं भी मर्यादा दे विच रही, ते इहनूं ही धर्म समझते हैं। ते इहदे नाल उपलब्धि थोड़ी हुंदी, मन तो पार थोड़ी आदमी जांदा। फिर गुरु वाला सिर्फ इहो बाहर पहरावा पा के थोड़ी हुंदा है, गुरु वाला ते ओह हुंदा है तन मन धन सब सौंप गुरु को हुक्म मन्निया पाई। ओह हुंदा है गुरु वाला जिहड़ा मन नूं सौंपदा है गुरु। पर ज़्यादा प्रचार
ਇਹੋ ਹੀ ਧਰਮ ਦਾ ਹੁੰਦਾ ਹੈ ਤੇ ਲੋਕ ਇਹੋ ਹੀ ਸਮਝਦੇ ਹਨ। ਅਗਲੀ ਗੱਲ ਜੋ ਮੈਂ ਦੱਸਦਾ ਹਾਂ, ਇਹ ਆਮ ਸਧਾਰਨਤଃ ਧਾਰਮਿਕ ਲੋਕ ਸੁਣਦੇ ਹੀ ਨਹੀਂ ਹਨ। ਕਠਿਨ ਵੀ ਹੈ, ਸਮਝਦੇ ਨਹੀਂ ਹਨ। ਉਹ ਕਹਿੰਦੇ ਹਨ ਇੰਨਾ ਹੀ ਕਾਫੀ, ਇਹ ਨਹੀਂ ਕਰ ਸਕਦੇ। ਤੇ ਇੰਨੇ ਨਾਲ ਉਹ ਜੋ ਤੁਸੀਂ ਕਹਿੰਦੇ ਹੋ ਕ੍ਰੋਧ, ਕਾਮ, ਵਾਸ਼ਨਾ, ਚਾਹਤ, ਮਰਦੀ ਥੋੜੀ। ਮਨ ਹੀ ਨਹੀਂ ਮਰਦਾ, ਮਨ ਸ਼ਾਂਤੀ ਨਹੀਂ ਹੁੰਦਾ। ਹਾਂ, ਇਸ ਕਦਮ ਦੇ ਵਿੱਚ ਅਗਰ ਆਦਮੀ ਸਹੀ ਢੰਗ ਨਾਲ ਚੱਲੇ, ਖਿਆਲ ਵਿੱਚ ਰੱਖੋ, ਅਗਰ ਇਹ ਸ਼ੁਰੂਆਤ ਜਿਹਨੇ ਕਰ ਲਈ ਹੈ ਧਰਮ ਦੀ, ਅਗਰ ਉਹ ਸਹੀ ਢੰਗ ਦੇ ਨਾਲ ਉਪਦੇਸ਼ ਨੂੰ ਪੜ੍ਹਦਾ ਹੈ, ਬਾਣੀ ਨੂੰ ਪੜ੍ਹਦਾ ਹੈ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਅੰਦਰ ਚਾਹ ਹੈ ਪ੍ਰਮਾਤਮਾ ਨੂੰ ਮਿਲਣ ਦੀ, ਪਿਆਸ ਹੈ, ਤੜਪ ਹੈ, ਤੇ ਫਿਰ ਉਹਦਾ ਅਗਲਾ ਕਦਮ ਉੱਠਦਾ ਹੈ। ਨਹੀਂ ਤੇ ਨਹੀਂ ਉੱਠਦਾ ਹੈ। ਜਿਹੜਾ ਸਹੀ ਢੰਗ ਦੇ ਨਾਲ ਪਾਠ ਕਰਦਾ ਹੈ ਨਾ, ਉਹਨੂੰ ਫਿਰ ਗੱਲ ਗੁਰੂ ਦੀ ਸਮਝ ਵਿੱਚ ਆਉਂਦੀ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਉਹਨੂੰ ਫਿਰ ਬਾਣੀ ਸਮਝ ਵਿੱਚ ਆਉਂਦੀ ਹੈ, ਉਪਦੇਸ਼ ਸਮਝ ਵਿੱਚ ਆਉਂਦਾ ਹੈ। ਪਹਿਲਾਂ ਕਹਿੰਦੇ ਨਾ ਸੁਣਿਆ ਫਿਰ ਮੰਨਿਆ, ਮਨ ਕੀਤਾ ਪਾਓ। ਜਿਨੇ ਧਿਆਨ ਪੂਰਵਕ ਪੜ੍ਹਿਆ, ਸੁਣਿਆ ਧਿਆਨ ਪੂਰਵਕ, ਫਿਰ ਉਹਦੇ ਤੇ ਮਨਨ ਕੀਤਾ। ਮਨਨ ਦਾ ਕੀ ਅਰਥ ਹੁੰਦਾ? ਮਨਨ ਦਾ ਅਰਥ ਹੁੰਦਾ ਵੀ ਜਿਹੜੇ ਉਪਦੇਸ਼ ਨੂੰ ਤੁਸੀਂ ਪੜ੍ਹਿਆ ਹੈ, ਸਮਝਿਆ ਹੈ, ਉਹਨੂੰ ਵਾਰ-ਵਾਰ ਫੇਰ ਖਿਆਲ ਵਿੱਚ ਲਿਆਉਣਾ ਵੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ। ਵੀ ਇਹ ਕੰਮ ਨਹੀਂ ਕਰਨਾ, ਇਹ ਮੋਹ ਨਹੀਂ ਕਰਨਾ, ਇਹ ਮੋਹ ਨਹੀਂ ਲਾਉਣਾ। ਮੋਹ ਦਾ ਕਰਕੇ ਹੀ ਮੇਰਾ ਮਨ ਭਟਕ ਰਿਹਾ ਹੈ। ਇਹ ਕ੍ਰੋਧ ਵੀ ਮੋਹ ਕਰਕੇ ਹੀ ਆ ਰਿਹਾ ਹੈ। ਆਪਣਿਆਂ ਨਾਲ ਮੋਹ ਹੈ, ਆਪਣੇ ਕੁਛ ਕਹਿੰਦੇ ਹਨ, ਗੁੱਸਾ ਆਉਂਦਾ ਹੈ। ਬਗਾਨਿਆਂ ਨਾਲ ਈਰਖਾ ਹੈ, ਬਗਾਨੇ ਕੁਛ ਕਹਿੰਦੇ ਹਨ, ਗੁੱਸਾ ਆਉਂਦਾ ਹੈ, ਨਾਰਾਜ਼ਗੀ ਹੁੰਦੀ। ਕ੍ਰੋਧ ਆਪਣੇ ਪਰਾਏ ਕਰਕੇ ਹੀ ਆਉਂਦਾ ਹੈ। ਜੇ ਆਪਣਾ ਪਰਾਇਆ ਹੋਵੇ ਹੀ ਕੋਈ ਨਾ, ਤੇ ਫਿਰ ਕ੍ਰੋਧ ਥੋੜ੍ਹੀ ਆਉਂਦਾ। ਤੇ ਸਮਝ ਵਿੱਚ ਆਉਂਦੀ ਹੈ ਗੱਲ, ਫਿਰ ਉਹਦੇ ਤੇ ਵਾਰ-ਵਾਰ ਮੰਨਣ ਹੁੰਦਾ ਹੈ। ਮੰਨਣ ਦਾ ਭਾਵ ਵੀ ਵਾਰ-ਵਾਰ ਖਿਆਲ ਵਿੱਚ ਉਹ ਉਪਦੇਸ਼ ਨੂੰ ਲਿਆਉਣਾ, ਜਿਹਨੂੰ ਗੁਰਮੰਤਰ ਕਿਹਾ ਹੈ, ਚਿਤਾਰਨਾ। ਗੁਰਮੰਤਰ ਚਿਤਾਰੇ, ਚੇਤਾ ਰੱਖੇ ਗੁਰੂ ਦੇ ਉਪਦੇਸ਼ ਦਾ। ਉਹ ਫਿਰ ਵਾਰ-ਵਾਰ ਮਨਨ ਕਰਦਾ ਹੈ, ਵਾਰ-ਵਾਰ ਚੇਤੇ ਰੱਖਦਾ ਹੈ, ਵਾਰ-ਵਾਰ ਖਿਆਲ ਵਿੱਚ ਰੱਖਦਾ ਹੈ। ਤੇ ਜਿਹੜਾ ਵਾਰ-ਵਾਰ ਖਿਆਲ ਵਿੱਚ ਰੱਖਦਾ ਹੈ, ਧਿਆਨ ਵਿੱਚ ਰੱਖਦਾ ਹੈ ਗੁਰੂ ਦੇ ਉਪਦੇਸ਼ ਨੂੰ, ਤਾਂ ਉਹਨੂੰ ਫਿਰ ਪਤਾ ਲੱਗਦਾ ਹੈ ਵਾਸਤਵਿਕ ਦੇ ਵਿੱਚ ਵੀ ਮੈਂ ਇਸ ਕਾਰਨ ਫਸਿਆ ਹੋਇਆ ਹਾਂ ਸੰਸਾਰ ਦੇ ਵਿੱਚ, ਤੇ ਇਸ ਕਾਰਨ ਵਾਸ਼ਨਾਵਾਂ, ਕਾਮਨਾਵਾਂ, ਚਾਹਤਾਵਾਂ ਉੱਠ ਰਹੀਆਂ, ਮੋਹ ਮਮਤਾ ਕਰਕੇ। ਕ੍ਰੋਧ ਵੀ ਉੱਠ ਰਿਹਾ ਹੈ, ਕਾਮਨਾ ਵੀ ਉੱਠ ਰਹੀ ਹੈ, ਲੋਭ ਵੀ ਉੱਠ ਰਿਹਾ ਹੈ, ਕਿਉਂਕਿ ਮੈਂ ਮੋਹਗ੍ਰਸਤ ਹਾਂ। ਤੇ ਜਿਹੜਾ ਸਮਝਦਾ ਹੈ ਖਿਆਲ ਵਿੱਚ, ਜਿਹੜਾ ਮਨਨ ਕਰਦਾ ਹੈ, ਤੇ ਮਨਨ ਐਡੀ ਛੇਤੀ ਨਹੀਂ ਹੋ ਜਾਂਦਾ ਹੈ। ਖਿਆਲ ਵਿੱਚ ਰੱਖੋ, ਬਹੁਤ ਸਮਾਂ ਲੱਗਦਾ ਹੈ, ਕਿਉਂਕਿ ਮਨ ਐਡੀ ਛੇਤੀ ਮੰਨਦਾ ਨਹੀਂ ਹੈ। ਭਾਵੇਂ ਗੱਲ ਸਮਝ ਵਿੱਚ ਵੀ ਆ ਜਾਂਦੀ ਹੈ ਬਹੁਤਿਆਂ ਦੀ,
ਖਿਆਲ ਵਿੱਚ ਰੱਖੋ। ਮੈਂ ਬੋਲ ਰਿਹਾ ਹਾਂ ਵਾਰ-ਵਾਰ ਸੰਸਾਰ ਝੂਠ ਹੈ, ਅਸਤ ਹੈ, ਮਿਥਿਆ। ਕਈਆਂ ਦੀ ਗੱਲ ਸਮਝ ਵਿੱਚ ਵੀ ਆ ਜਾਂਦੀ ਹੈ, ਤਾਂ ਵੀ ਧਿਆਨ ਥੋੜ੍ਹੀ ਹਟਦਾ ਹੈ। ਇਹ ਜਿਹੜਾ ਮਨਨ ਕਰਦਾ ਹੈ ਨਾ, ਲਗਾਤਾਰ ਖਿਆਲ ਰੱਖਦਾ ਹੈ ਵੀ ਵਾਸਤਵਿਕ ਦੇ ਵਿੱਚ ਹੈ ਤੇ ਠੀਕ, ਛੱਡ ਕੇ ਹੀ ਜਾਣਾ ਝੂਠ ਹੀ ਹੈ, ਤੇ ਖਿਆਲ ਰੱਖਦਾ ਹੈ ਤੇ ਉਹਦਾ ਹੌਲੀ 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 ਧਿਆਨ ਹਟਦਾ ਹੈ, ਮਨ ਹਟਦਾ ਹੈ ਸੰਸਾਰ ਵਿੱਚ। ਸੰਸਾਰ ਵਿੱਚ ਉਪਰਾਮ ਹੁੰਦਾ ਹੈ, ਵੈਰਾਗ ਹੁੰਦਾ ਹੈ, ਫਿਰ ਤਿਆਗ ਹੁੰਦਾ ਹੈ। ਤਿਆਗ ਨਾ ਤਿਆਗਨ ਨਿਕਾ, ਕਾਮ ਕ੍ਰੋਧ ਲੋਭ ਤਿਆਗਨ। ਕਾਮ ਕ੍ਰੋਧ ਲੋਭ ਕਿੱਥੇ ਪੈਦਾ ਹੋ ਰਿਹਾ? ਸੰਸਾਰ 'ਚ। ਮੋਹ ਕਰਕੇ ਕਾਮਨਾ ਪੈਦਾ ਹੋ ਰਹੀ, ਮੋਹ ਕਰਕੇ ਕ੍ਰੋਧ ਪੈਦਾ ਹੋ ਰਿਹਾ, ਮੋਹ ਕਰਕੇ ਲੋਭ ਪੈਦਾ ਹੋ ਰਿਹਾ। ਵੀ ਜਿਨ੍ਹਾਂ ਨਾਲ ਮੋਹ ਹੈ ਉਹਨਾਂ ਦੇ ਵਾਸਤੇ ਜੋੜਨਾ ਹੈ, ਕੁਛ ਲਿਆਉਣਾ ਹੈ, ਕੁਛ ਇਕੱਠਾ ਕਰਨਾ। ਫਿਰ ਹੌਲੀ ਹੌਲੀ ਤਿਆਗ ਹੁੰਦਾ ਹੈ, ਵੈਰਾਗ ਹੁੰਦਾ ਹੈ, ਤੇ ਬਹੁਤ ਸਮਾਂ ਲੱਗਦਾ ਹੈ। ਖਿਆਲ ਵਿੱਚ ਰੱਖਿਓ, ਮਨਨ ਤੇ ਹੀ। ਇਹ ਨਹੀਂ ਵੀ ਤੁਸੀਂ ਸੁਣ ਲਿਆ ਤੇ ਕੁਛ ਮਹੀਨਿਆਂ 'ਚ ਹੋ ਜੂ। ਕਈ ਪ੍ਰੇਮੀ ਉਹ ਸੋਚਦੇ ਹਨ ਸਾਲਾਂ ਬੱਧੀ ਲੱਗੂਗਾ ਤੁਹਾਨੂੰ ਸੰਸਾਰ ਦੇ ਵਿੱਚ ਉਪਰਾਮ ਹੋਣ ਵਾਸਤੇ, ਇਹ ਜਾਣਨ ਵਾਸਤੇ ਵੀ ਇਹ ਗੱਲ ਸੱਚ ਹੈ ਗੁਰੂ ਸਾਹਿਬ ਜੀ ਨੇ ਜੋ ਕਹੀ, ਇਹ ਵਾਸਤਵਿਕ ਨਹੀਂ ਹੈ ਸੰਸਾਰ। ਬਹੁਤ ਸਮਾਂ ਲੱਗੇਗਾ। ਜਿਹੜਾ ਵਾਸਤਵਿਕ ਦੇ ਵਿੱਚ ਮਨਨ ਕਰਦਾ ਰਹੇਗਾ, ਇਹ ਸਿਰਫ ਪੜ੍ਹਦਾ ਹੀ ਨਹੀਂ ਰਹੇਗਾ ਵੀ ਪਾਠ ਕਰ ਲਿਆ। ਬਹੁਤੇ ਤੇ 99% ਪਾਠ ਕਰਦੇ ਹਨ, ਨਿਤਨੇਮ ਕਰ ਲਿਆ, ਇੱਕ ਪਾਸੇ ਰੱਖ ਦਿੱਤੇ, ਸਾਰੀ ਦਿਹਾੜੀ ਫਿਰ ਉਹ ਉਲਝੇ ਹੋਏ ਹਨ ਕੰਮਾਂ ਕਾਰਾਂ 'ਚ, ਭੁੱਲ ਗਏ ਗੁਰੂ ਦਾ ਉਪਦੇਸ਼, ਲੱਗੇ ਹੋਏ ਹਨ ਧੰਦਿਆਂ ਦੇ ਵਿੱਚ, ਚੁਗਲੀ, ਨਿੰਦਿਆ, ਝੂਠ, ਫਰੇਬ ਸਭ ਚੱਲ ਰਿਹਾ। ਇੱਦਾਂ ਹੀ ਕਰਦੇ ਹਨ ਧਾਰਮਿਕ ਲੋਕ। ਸ਼ਾਮ ਨੂੰ ਫਿਰ ਪਾਠ ਕਰਕੇ ਸੌਂਗੇ, ਸਵੇਰੇ ਫਿਰ ਨਿਤਨੇਮ ਕਰ ਲਿਆ ਫਟਾਫਟ, ਫਿਰ ਨੱਠ ਤੁਰੇ ਸੰਸਾਰ, ਦੌੜ ਸ਼ੁਰੂ। ਇੱਦਾਂ ਕੁਛ ਵੀ ਨਹੀਂ ਹੁੰਦਾ ਹੈ। ਇੱਦਾਂ ਤੇ ਆਮ ਸਧਾਰਨ ਮਨੁੱਖ ਵਰਗੇ ਹੀ ਬਣੇ ਰਹਿੰਦੇ ਹਨ ਜ਼ਿਆਦਾਤਰ ਧਾਰਮਿਕ ਲੋਕ, ਤੇ ਅਗਲਾ ਕਦਮ ਨਹੀਂ ਉੱਠਦਾ ਹੈ ਮੰਨਣ ਦਾ। ਮੰਨਣ ਦਾ ਕਦਮ ਜਦੋਂ ਉੱਠਦਾ ਹੈ ਨਾ, ਵਾਰ-ਵਾਰ ਆਦਮੀ ਸੋਚਦਾ ਹੈ, ਵਿਚਾਰਦਾ ਹੈ, ਸਮਝਦਾ ਹੈ। ਪਾਠ ਕਰਦਾ ਨਹੀਂ, ਸਮਝਦਾ ਹੈ, ਉਪਦੇਸ਼ ਨੂੰ ਸਮਝਦਾ ਹੈ। ਮੈਂ ਬੋਲ ਰਿਹਾ ਹਾਂ ਤੇ ਕਈ ਸਿਰਫ ਉੱਪਰੋਂ ਹੀ ਸੁਣ ਲੈਂਦੇ ਹਨ, ਉੱਦਾਂ ਹੀ ਸੁਣ ਲੈਂਦੇ ਹਨ, ਮਨਨ ਨਹੀਂ ਨਾ ਕਰਦੇ, ਉਹਨੂੰ ਮਨ ਦੇ ਵਿੱਚ ਧਾਰਨ ਨਹੀਂ ਕਰਦੇ, ਧਿਆਨ ਨਹੀਂ ਰੱਖਦੇ ਵੀ ਕਿਹਾ ਗਿਆ ਹੈ ਠੀਕ ਹੈ, ਇਹਨੂੰ ਖਿਆਲ ਵਿੱਚ ਰੱਖਣਾ ਹੈ। ਨਹੀਂ ਤਾਂ ਉਹਨਾਂ ਦੀ ਅੱਗੇ ਗਤੀ ਨਹੀਂ ਹੁੰਦੀ। ਉਸ ਢੰਗ ਦੇ ਨਾਲ ਹੀ ਜੀ ਰਹੇ ਹਨ ਜਿਸ ਢੰਗ ਦੇ ਨਾਲ ਜੀ ਰਹੇ ਹਨ। ਤੇ ਜਦੋਂ ਪੂਰਾ ਮਨਨ ਹੋ ਜਾਂਦਾ ਹੈ ਨਾ, ਸੁਣਿਆ ਮੰਨਿਆ, ਮਨ ਕੀਤਾ ਭਾਵ, ਫਿਰ ਉਸ ਉਪਦੇਸ਼ ਤੇ ਭਾਵਨਾ ਆਉਂਦੀ ਹੈ, ਪਹਿਲਾਂ ਨਹੀਂ ਆਉਂਦੀ ਹੈ। ਜਦੋਂ ਪੂਰਾ ਮਨਨ ਹੋ ਜਾਂਦਾ ਹੈ ਵੀ ਗੱਲ ਠੀਕ ਹੈ, ਵੀ ਵਾਸਤਵਿਕ ਦੇ ਵਿੱਚ ਮੋਹ ਮਮਤਾ ਦੇ ਕਰਕੇ ਹੀ ਮੈਂ ਸੰਸਾਰ 'ਚ ਫਸਿਆ ਹੋਇਆ, ਬਾਹਰ ਬਿਰਤੀ ਲੱਗ ਗਈ ਹੈ ਸੰਸਾਰ ਵਿੱਚ, ਸੰਸਾਰ ਵਿੱਚ ਧਿਆਨ ਲੱਗਾ ਹੋਇਆ, ਫਿਰ ਮਨ ਕੀਤਾ ਭਾਵ, ਫਿਰ ਉਹਦੇ ਤੇ ਭਾਵਨਾ ਆਉਂਦੀ ਹੈ ਉਸ ਉਪਦੇਸ਼ ਤੇ ਵੀ ਠੀਕ ਹੈ। ਜਦੋਂ ਪੂਰੀ ਭਾਵਨਾ ਆ ਜਾਂਦੀ ਹੈ ਨਾ, ਫਿਰ ਬਿਰਤੀ ਆਪਣੇ ਆਪ ਹੀ ਉੱਧਰੋਂ ਟੁੱਟਣ ਲੱਗ ਜਾਂਦੀ ਹੈ। ਜਿਵੇਂ ਕਹਿੰਦੇ ਨੇ ਸ਼ਰਧਾ ਪੈਦਾ ਹੋਊਗੀ, ਸ਼ਰਧਾ ਕਹਿ ਲਈਏ, ਭਾਵਨਾ ਵੀ ਠੀਕ ਹੈ ਵਾਸਤਵਿਕ ਦੇ ਵਿੱਚ ਜੋ ਕਿਹਾ ਹੈ ਸੱਚ ਹੈ, ਸਤ ਬਚਨ ਸਾਧੂ ਉਪਦੇ। ਫਿਰ ਇਹ ਜਿਹੜਾ ਭਾਵਨਾ ਵਾਲਾ ਕਦਮ ਹੈ, ਇਹਦੇ ਤੇ ਵੀ ਕਾਫੀ ਟਾਈਮ ਲੱਗਦਾ ਹੈ, ਕਿਉਂਕਿ ਵਾਰ-ਵਾਰ ਮਨ ਫਿਰ ਭਟਕ ਜਾਂਦਾ ਹੈ। ਸੰਸਾਰ ਦਾ ਆਕਰਸ਼ਣ ਬਹੁਤ ਹੈ ਨਾ, ਫਿਰ ਆਦਮੀ ਸੰਸਾਰ ਵਿੱਚ ਖਿੱਚਿਆ ਜਾਂਦਾ ਹੈ। ਸੰਸਾਰ ਤੋਂ ਨਿਰਲੇਪ ਹੋਣਾ ਬਹੁਤ ਕਠਿਨ ਹੈ। ਕਹਿ ਦਿੰਦੇ ਹਨ, ਪੜ੍ਹਿਆ ਵੀ ਜਾਂਦਾ ਹੈ, ਜੈਸੇ ਜਲ ਮਹਿ ਕਮਲ ਨਿਰਾਲ ਮੈਰ ਗਾਏ ਨੇ ਸ਼ਬਦ ਸੁਰਤ ਭਵ ਸਾਗਰ ਤਰੀਏ। ਇੰਨਾ ਸਖਾਲਾ ਨਹੀਂ ਹੈ ਨਿਰਲੇਪ ਹੋਣਾ। ਨਿਰਲੇਪ ਦਾ ਭਾਵ ਹੁੰਦਾ ਹੈ ਕਿਸੇ ਦਾ ਵੀ ਚੇਤਾ ਨਾ ਰਹਿਣਾ, ਚੇਤੇ ਕਰਕੇ ਤੁਸੀਂ ਲੇਪ ਹੋ ਰਹੇ ਹੋ ਨਾ, ਧਿਆਨ ਕਰਕੇ ਲੇਪ ਹੋਏ ਰਹੇ ਹੋ, ਵਿਚਾਰ ਜਿਹਨੂੰ ਸੋਚ ਰਹੇ ਹੋ ਉਹਦੇ ਨਾਲ ਜੁੜ ਰਹੇ ਹੋ।
ਨਿਰਲੇਪ ਦਾ ਭਾਵ ਹੁੰਦਾ ਹੈ ਵੀ ਕਿਸੇ ਦੀ ਸੋਚ ਨਹੀਂ, ਵਿਚਾਰ ਨਹੀਂ, ਧਿਆਨ ਅੰਦਰ ਹੋ ਗਿਆ, ਸ਼ਬਦ ਵਿੱਚ ਟਿਕ ਗਿਆ, ਮਨਨ ਕਰ ਲਿਆ, ਅੰਦਰ ਚਲੇ ਗਿਆ। ਤੇ ਇਹ ਜੋ ਦੂਸਰਾ ਕਦਮ ਹੈ ਨਾ, ਇਹਦੇ ਵਿੱਚ ਵੀ ਟਾਈਮ ਲੱਗਦਾ ਹੈ ਮਨਨ। ਫਿਰ ਤੀਸਰਾ ਹੈ ਜੋ ਭਾਵਨਾ ਦਾ ਹੈ, ਮਨ ਕੀਤਾ ਭਾਵ। ਕਬੀਰ ਜੀ ਕਹਿੰਦੇ ਹਨ ਨਾ ਵੀ ਜਦੋਂ ਮੇਰਾ ਮਨ ਮੰਨ ਗਿਆ, ਮਨ ਮਾਨਿਆ ਤਉ ਹਰਿ ਜਾਣਿਆ। ਜਦੋਂ ਮੇਰਾ ਮਨ ਮੰਨ ਗਿਆ, ਉਹ ਭਾਵਨਾ ਕਰ ਲਈ ਵੀ ਮਨ ਮੰਨ ਗਿਆ ਵੀ ਸੰਸਾਰ ਵਿਅਰਥ ਹੈ, ਅਸਤ ਹੈ, ਇਹਦੇ ਨਾਲ ਮੋਹ ਨਹੀਂ ਕਰਨਾ, ਇਹਦੇ ਨਾਲ ਜੁੜਨਾ ਨਹੀਂ। ਮਨ ਮੰਨ ਗਿਆ, ਭਾਵਨਾ ਆ ਗਈ, ਭਾਵ ਆ ਗਈ। ਪਰ ਇੱਥੇ ਭਾਵਨਾ ਦੇ ਵਿੱਚ ਵੀ ਛੇਤੀ ਮਨ ਟਿਕੇਗਾ ਨਹੀਂ, ਕਿਉਂਕਿ ਸੰਸਾਰ ਦੇ ਨਾਲ ਬਹੁਤ ਜੁੜਿਆ ਹੋਇਆ ਹੈ ਮਨੁੱਖ। ਵਾਰ-ਵਾਰ ਸੰਸਾਰ ਦੇ ਵਿੱਚ ਮਨ ਜਾਂਦਾ ਹੈ, ਥੋੜਾ ਜਿਹਾ ਹਟਦਾ ਹੈ, ਫਿਰ ਆਦਮੀ ਡਰਦਾ ਹੈ। ਬਹੁਤੇ ਪ੍ਰੇਮੀ ਦਾ ਮਨ ਏਦਾਂ ਹੀ ਭਟਕ ਰਿਹਾ ਹੈ। ਉਹ ਸੁਣਦੇ ਹਨ, ਸਮਝਦੇ ਹਨ, ਪਤਾ ਵੀ ਲੱਗਦਾ ਹੈ, ਮਨਨ ਵੀ ਕਰਦੇ ਹਨ, ਥੋੜਾ ਜਿਹਾ ਹਟਦਾ ਵੀ ਹੈ ਸੰਸਾਰ ਵੱਲੋਂ, ਫਿਰ ਡਰ ਜਾਂਦੇ ਹਨ ਵੀ ਸੰਸਾਰ ਵਿੱਚੋਂ ਜੇ ਹਟਾ ਲਿਆ, ਫਿਰ ਆਪਣੇ ਜਿਹੜੇ ਹਨ, ਜਿਹੜੇ ਸੰਸਾਰ 'ਚੋਂ ਰਹਿ ਰਹੇ ਹਨ, ਉਹਨਾਂ ਦੇ ਧਰਮ ਕਰਮ ਨਾ ਕੀਤੇ, ਫਿਰ ਧਰਮ ਕਰਮਾਂ ਦੇ ਵਿੱਚ ਰੁਚੀ ਨਹੀਂ ਰਹਿ ਜਾਂਦੀ। ਉਹ ਪਖੰਡ ਲੱਗਦੇ ਹਨ, ਧਰਮ ਕਰਮ ਪਾਖੰਡ ਜੋ ਦਿਸ, ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ। ਵੀ ਇਹ ਬੰਧਨ ਹਨ ਜੋ ਇਹ ਕਰ ਰਹੇ ਹਨ, ਇਹ ਵਾਸਤਵਿਕ ਥੋੜ੍ਹੀ, ਇਹ ਤੇ ਪਖੰਡ ਹੈ। ਤਾਂ ਉਹਨਾਂ ਦੇ ਵਿੱਚ ਰੁਚੀ ਨਹੀਂ ਰਹਿ ਜਾਂਦੀ ਹੈ, ਤੇ ਧਾਰਮਿਕ ਲੋਕ ਵਿਰੋਧੀ ਹੋ ਜਾਣੇ ਸ਼ੁਰੂ ਹੁੰਦੇ ਹਨ। ਫਿਰ ਆਦਮੀ ਬਾਹਰਲੇ ਧਰਮ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਹੈ, ਜਿਹੜਾ ਅੰਤਰਮੁਖ ਹੋਣਾ ਸ਼ੁਰੂ ਹੋ ਜਾਂਦਾ ਹੈ। ਖਿਆਲ ਵਿੱਚ ਰੱਖਿਓ, ਕਿਉਂਕਿ ਉਹਨੂੰ ਦੇਖ ਰਿਹਾ ਹੈ ਵੀ ਇਹ ਤੇ ਕੁਛ ਵੀ ਨਹੀਂ ਹੈ। ਪਹਿਰਾਵਾ ਪਾ ਲਿਆ, ਬਾਹਰੀ ਚਿੰਨ੍ਹ ਪਾ ਲਏ, ਇਹਨਾਂ ਨੂੰ ਕੋਈ ਉਪਲਬਧੀ ਥੋੜ੍ਹੀ ਹੋ ਜਾਂਦੀ। ਧਰਮ ਕਰਮ ਕਰ ਰਹੇ ਹਨ ਲੋਕ, ਉੱਦਾਂ ਹੀ ਉਲਝੇ ਹੋਏ ਹਨ, ਉੱਦਾਂ ਹੀ ਵਾਸ਼ਨਾ ਹੈ, ਉੱਦਾਂ ਹੀ ਕਾਮਨਾ ਹੈ, ਉੱਦਾਂ ਹੀ ਤ੍ਰਿਸ਼ਨਾ ਹੈ, ਉੱਦਾਂ ਹੀ ਭਟਕ ਰਹੇ ਹਨ ਸੰਸਾਰ। ਉਹਨੂੰ ਦੇਖਦਾ ਹੈ ਮਨਨ ਕਰਨ ਵਾਲੇ ਨੂੰ, ਫਿਰ ਉਹਦੀ ਰੁਚੀ ਨਹੀਂ ਰਹਿ ਜਾਂਦੀ, ਤੇ ਧਾਰਮਿਕ ਲੋਕ ਨਾਰਾਜ਼ ਹੁੰਦੇ ਹਨ। ਉਹ ਫਿਰ ਇਕੱਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਆਪਣੇ ਨਾਰਾਜ਼ ਹੋ ਜਾਂਦੇ ਹਨ ਜਦੋਂ ਉਹਨਾਂ ਵੱਲ ਧਿਆਨ ਨਹੀਂ ਰਹੇਗਾ। ਨੇ ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੀਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਬਾਰਗ ਜਾਣ। ਬੜਾ ਕਠਿਨ ਹੈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦਾ, ਸਾਰਿਆਂ ਨਾਲੋਂ ਪਾਸੇ ਹੋ ਜਾਂਦਾ ਹੈ। ਸਾਰੇ ਹੀ ਨਫ਼ਰਤ ਕਰਨ ਲੱਗ ਜਾਂਦੇ ਹਨ, ਈਰਖਾ ਕਰਨ ਲੱਗ ਜਾਂਦੇ ਹਨ ਵੀ ਇਹ ਬੇਮੁਖ ਹੋ ਗਿਆ ਗੁਰੂ ਤੋਂ, ਇਹਨੂੰ ਬੁਲਾਓ ਨਾ। ਖਿਆਲ ਵਿੱਚ ਰੱਖੋ, ਇਹ ਕਦਮ ਬਹੁਤ ਕਠਿਨ ਹੈ, ਕਿਉਂਕਿ ਬਾਹਰ ਫਿੱਕਾ ਫਿੱਕਾ ਲੱਗਣ ਲੱਗ ਜਾਂਦਾ। ਇਸੇ ਕਾਰਨ ਹੀ ਬਹੁਤ ਸਾਰੇ ਧਾਰਮਿਕ ਲੋਕ ਜਿਹੜੇ ਹਨ ਨਾ, ਭਾਵੇਂ ਮੈਨੂੰ ਵੀ ਸੁਣਨ ਵਾਲੇ ਹਨ, ਉਹ ਵੀ ਉੱਪਰੋਂ ਉੱਪਰੋਂ ਸੁਣਦੇ ਹਨ। ਉਹਨਾਂ ਦੀ ਹਿੰਮਤ ਨਹੀਂ ਪੈਂਦੀ ਹੈ ਇਹ ਅਗਲੇ ਕਦਮ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ। ਇਕੱਲਾ ਕੌਣ ਹੋਣਾ ਚਾਹੁੰਦਾ ਹੈ? ਆਪਣਿਆਂ ਨਾਲ, ਸਮਾਜ ਨਾਲ। ਬਹੁਤ ਕਠਿਨ ਹੈ, ਇਹ ਸਖਾਲਾ ਮਾਰਗ ਨਹੀਂ ਹੈ ਪ੍ਰਭੂ ਪ੍ਰਾਪਤੀ ਦਾ। ਇੰਨਾ ਸਖਾਲਾ ਹੁੰਦਾ ਤੇ ਸਾਰੇ ਨਾ ਪਹੁੰਚ ਜਾਂਦੇ। ਤੁਸੀਂ ਕਹਿੰਦੇ ਹੋ ਵੀ ਕ੍ਰੋਧ ਨਹੀਂ ਜਾਂਦਾ ਹੈ, ਮਨ ਨਹੀਂ ਟਿਕਦਾ ਹੈ, ਪਹਿਲੇ ਕਦਮ 'ਚ ਥੋੜ੍ਹੀ ਟਿਕੇਗਾ, ਆਖਰੀ ਕਦਮ 'ਚ। ਪਹਿਲਾਂ ਇਹ ਸਾਰਾ ਕੁਝ ਹੋਵੇਗਾ, ਫਿਰ ਸੰਸਾਰ ਦੇ ਲੋਕ ਵਿਰੋਧ ਕਰਨਗੇ, ਆਪਣੇ ਵਿਰੋਧ ਕਰਨਗੇ, ਆਪਣੇ ਨਾਰਾਜ਼ ਹੋਣਗੇ, ਧਾਰਮਿਕ ਲੋਕ ਨਾਰਾਜ਼ ਹੋਣਗੇ। ਉਹ ਕਹਿਣਗੇ ਤੂੰ ਤਾਂ ਧਰਮ ਨਹੀਂ ਕਰ ਰਿਹਾ, ਤੂੰ ਬਾਹਰੀ ਪਹਿਰਾਵਾ ਨਹੀਂ ਪਾਇਆ ਹੈ ਧਾਰਮਿਕ, ਤੂੰ ਬੇਮੁਖ ਹੋ ਗਿਆ, ਤੇ ਸਾਰੇ ਹੀ ਨਫ਼ਰਤ ਕਰਨਗੇ।
ਕੌਣ ਚਾਹੁੰਦਾ ਹੈ ਸਮਾਜ ਦੇ ਵਿੱਚ? ਆਦਮੀ ਸੋਚਦਾ ਹੈ, ਫਿਰ ਇੱਕ ਆਦਮੀ ਨੂੰ ਐਸਾ ਵੈਰਾਗ ਹੁੰਦਾ ਹੈ, ਸਮਝ ਵਿੱਚ ਆਉਂਦੀ ਹੈ ਗੱਲ ਵੀ ਇਹ ਬੇਅਰਥ ਹੈ। ਬਾਕੀਆਂ ਨੂੰ ਥੋੜ੍ਹੀ, ਪਰਿਵਾਰ ਦੇ ਮੈਂਬਰਾਂ ਨੂੰ ਉਹ ਸਮਝਾਉਂਦੇ ਹਨ ਵੀ ਇਹ ਬੱਚਿਆਂ ਦੇ ਵਿਆਹ ਕਰਨੇ। ਅਗਰ ਸਾਰੇ ਹੀ ਨਾਰਾਜ਼ ਹੋ ਗਏ ਤੇ ਆਪਣੇ ਬੱਚਿਆਂ ਦੇ ਵਿਆਹ ਨਹੀਂ ਹੋਣਗੇ, ਕੌਣ ਆਊਗਾ ਆਪਣੇ ਘਰ? ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖਣੀ ਹੈ, ਧਾਰਮਿਕ ਲੋਕਾਂ ਨਾਲ ਬਣਾ ਕੇ ਰੱਖਣੀ। ਆਦਮੀ ਦੂਰ ਤੱਕ ਸੋਚਦਾ ਹੈ। ਗ੍ਰਸਤੀ ਕਿਸੇ ਨਾਲ ਸੰਬੰਧ ਨਾ ਰਿਹਾ ਤੇ ਕਿਵੇਂ ਚੱਲੂਗਾ ਸਾਡਾ ਪਰਿਵਾਰ? ਬਹੁਤ ਔਖਾ ਹੋ ਜਾਊਗਾ। ਆਦਮੀ ਡਰਦਾ ਹੈ। ਸੰਸਾਰ ਤੋਂ ਨਿਰਲੇਪ ਹੋਣਾ ਕੋਈ ਸੁਖਾਲਾ ਨਹੀਂ ਹੈ, ਖਿਆਲ ਵਿੱਚ ਰੱਖਿਓ। ਇਹ ਗੱਲ ਕਰ ਦੇਣੀ ਸੁਖਾਲੀ ਹੈ। ਇਹ ਨਿਰਲੇਪ ਹੋਣ ਦਾ ਅਰਥ ਤਾਂ ਨਹੀਂ ਤੁਹਾਨੂੰ ਪਤਾ ਹੈ। ਨਿਰਲੇਪ ਦਾ ਭਾਵ ਹੁੰਦਾ ਕਿਸੇ ਵੱਲ ਵੀ ਧਿਆਨ ਨਹੀਂ। ਹੁਣ ਜਿਹਦੇ ਵੱਲ ਧਿਆਨ ਨਾ ਦਿਓਗੀ ਉਹ ਨਾਰਾਜ਼ ਹੋਵੇਗਾ ਤੇ ਬਹੁਤ ਕਠਿਨ ਹੋ ਜਾਵੇਗਾ। ਖਿਆਲ ਵਿੱਚ ਰੱਖੋ। ਤੇ ਬਹੁਤੇ ਧਾਰਮਿਕ ਲੋਕ ਡਰਦੇ ਹਨ ਤੇ ਉਹ ਨਾ ਘਰ ਦੇ ਨਾ ਘਾਟ ਦੇ, ਨਾ ਇੱਧਰ ਦੇ ਨਾ ਉੱਧਰ ਦੇ। ਉਹ ਉੱਧਰ ਵੀ ਪੂਰਾ ਇਹ ਸਭ ਕੁਛ ਕਰੀ ਜਾਂਦੇ ਹਨ, ਦੁਨਿਆਵੀ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਧਾਰਮਿਕ ਲੋਕਾਂ ਨੂੰ ਖੁਸ਼ ਕਰਨ ਵਾਸਤੇ। ਉਹ ਸਾਰੇ ਹੀ ਪਖੰਡ ਵੀ ਕਰੀ ਜਾਂਦੇ ਹਨ। ਇੱਧਰ ਮੇਰੀ ਗੱਲ ਵੀ ਉਹਨਾਂ ਨੂੰ ਸਮਝ ਵਿੱਚ ਆਈ ਜਾ ਰਹੀ ਹੈ ਤੇ ਇੱਧਰ ਵੀ ਸਾਹਸ ਨਹੀਂ ਕਰ ਪਾਉਂਦੇ ਹਨ ਵੀ ਪੂਰਾ ਦਾ ਪੂਰਾ ਮਨਨ ਕਰ ਲਈਏ। ਮਨਨ ਕਰੋਗੇ ਤਾਂ ਹੀ ਭਾਵ ਆਵੇਗਾ ਨਾ, ਫਿਰ ਤੁਸੀਂ ਅਗਲੇ ਕਦਮ 'ਚ ਜਾਓਗੇ। ਅੰਦਰ ਦਾ ਇਸ਼ਨਾਨ ਤੇ ਬਾਅਦ ਹੋਵੇਗਾ ਨਾ, ਭਾਵਨਾ ਤੋਂ ਬਾਅਦ। ਇਸੇ ਕਰਕੇ ਮੈਂ ਕਹਿੰਦਾ ਨਾ, ਸ਼ਰਧਾ ਹੋਵੇ, ਭਾਵ ਹੋ। ਤੇ ਬਹੁਤ ਕਠਿਨ ਹੈ। ਫਿਰ ਖਿਆਲ ਵਿੱਚ ਰੱਖੋ, 99% ਪ੍ਰਚਾਰ ਇਹੋ ਹੀ ਧਰਮ ਦਾ ਹੋ ਰਿਹਾ ਹੈ ਤੇ ਇਸੇ ਧਰਮ ਨੂੰ ਹੀ ਲੋਕ ਧਰਮ ਸਮਝ ਰਹੇ ਹਨ। ਸਿਰਫ ਬਾਹਰੀ ਪਹਿਰਾਵਾ ਇਹ ਨਹੀਂ, ਸਿੱਖਾਂ ਦੇ ਵਿੱਚ, ਹਿੰਦੂਆਂ ਦੇ ਵਿੱਚ ਵੀ ਇੱਦਾਂ ਹੀ। ਬਾਹਰੀ ਪਹਿਰਾਵਾ ਪਾ ਲਿਆ, ਬਾਹਰੀ ਕਰਮ ਕਾਂਡ ਕਰ ਰਹਿੰਦੇ ਹਨ, ਮੰਦਰ 'ਚ ਚਲੇ ਜਾਂਦੇ। ਇਸਲਾਮ ਜਗਤ 'ਚ ਵੀ ਇੱਦਾਂ ਹੀ ਹੈ। ਨਮਾਜ਼ਾਂ ਪੜ੍ਹ ਲਓ, ਰੋਜ਼ੇ ਰੱਖ ਲਓ, ਬਸ ਕੁਰਾਨ ਪੜ੍ਹ ਲਓ, ਉੱਦਾਂ ਹੀ ਉਹ ਚੱਲ ਰਹੇ ਆ। ਤੇ ਕਦਮ ਬਾ ਕਦਮ ਧਰਮ ਦੀ ਯਾਤਰਾ ਅੱਗੇ ਹੁੰਦੀ ਹੈ। ਖਿਆਲ ਵਿੱਚ ਰੱਖਣਾ ਹੈ। ਇਸ ਕਰਕੇ ਧਰਮ ਦੇ ਖੰਡ ਕੀਤੇ ਹਨ ਧਾਰਮਿਕ ਲੋਕਾਂ ਨੇ ਕਿ ਪਹਿਲੇ ਖੰਡ 'ਚ ਦੂਸਰੇ ਖੰਡ 'ਚ ਆਉਣਾ ਹੈ, ਦੂਸਰੇ ਤੋਂ ਤੀਸਰੇ, ਤੀਸਰੇ ਤੋਂ ਚੌਥੇ, ਪੰਜਵੇਂ। ਕਈਆਂ ਨੇ 4 ਖੰਡ ਕੀਤੇ ਆ। ਤੇ ਜਿੰਨਾ ਅੱਗੇ ਜਾਓਗੇ ਓਨਾ ਹੀ ਮਨ ਸ਼ਾਂਤ ਹੋਵੇਗਾ। ਖਿਆਲ ਵਿੱਚ ਰੱਖੋ। ਤੇ ਤੁਸੀਂ ਕਹਿੰਦੇ ਹੋ ਵੀ ਸਾਲ ਹੋ ਗਿਆ ਅੰਮ੍ਰਿਤ ਛਕੇ ਹੋਏ ਨੂੰ, ਮਨ ਸਿਮਰਨ ਵਿੱਚ ਨਹੀਂ ਲੱਗਦਾ। ਅਜੇ ਬਾਹਰ ਦੀ ਸੰਸਾਰ ਦੀ ਚਾਹਤ ਹੋਵੇਗੀ। ਚਾਹਤ ਹੈ ਹੀ, ਮੋਹ ਮਮਤਾ ਹੋਵੇਗੀ। ਮੋਹ ਮਮਤਾ ਹੈ ਹੀ, ਇਸੇ ਕਰਕੇ ਕ੍ਰੋਧ ਵੀ ਆ ਰਿਹਾ ਹੈ। ਉਹ ਸਾਰੀਆਂ ਬਿਮਾਰੀਆਂ ਹੈ ਨਹੀਂ ਜੀ। ਤੇ ਅੰਮ੍ਰਿਤ ਛਕਣ ਨਾਲ, ਇੱਕ ਕਾਰ ਪਾਉਣ ਦੇ ਨਾਲ ਇਹ ਬਿਮਾਰੀਆਂ ਅੰਦਰੋਂ ਨਿਕਲ ਥੋੜ੍ਹੀ ਜਾਂਦੀਆਂ। ਉਪਦੇਸ਼ ਨੂੰ ਸਮਝੋ, ਮਨਨ ਕਰੋ। ਕਹਿੰਦੇ ਹਨ ਨਾਮ ਜਪੋ, ਸਿਮਰਨ ਕਰੋ। ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਵੀ ਕੁਝ ਨਹੀਂ ਹੋਣਾ ਹੈ। ਜੋ ਕਿਹਾ ਗਿਆ ਹੈ ਨਾ ਉਪਦੇਸ਼, ਹੁਣ ਦੇਖੋ ਤੁਸੀਂ ਖਿਆਲ ਕਰੋ, ਸਿੱਖ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਜਾਂ ਰਾਮ ਰਾਮ ਕਰੀ ਜਾਓ। ਤੁਸੀਂ ਸੋਚੋ, ਖਿਆਲ ਵਿੱਚ ਰੱਖੋ, ਇੰਨਾ ਉਪਦੇਸ਼ ਬਾਬੇ ਨਾਨਕ ਨੇ ਕਿਉਂ ਦਿੱਤਾ? ਉੱਥੇ ਵਾਹਿਗੁਰੂ ਵਾਹਿਗੁਰੂ ਲੈ ਦਿੰਦੇ ਹਨ ਸਾਰੇ 'ਚ। ਪਹਿਲਾਂ ਧਰਮ ਨੂੰ ਸਮਝਣਾ ਹੈ। ਧਰਮ ਦਾ ਗਿਆਨ ਹੋਣਾ ਚਾਹੀਦਾ ਹੈ ਵੀ ਧਰਮ ਹੈ ਕੀ। ਇਸੇ ਕਰਕੇ ਮੈਂ ਰੋਜ਼ ਬੋਲਦਾ ਹਾਂ, ਤੁਹਾਨੂੰ ਸਮਝ ਵਿੱਚ ਆਵੇ ਵੀ ਧਰਮ ਹੈ ਕੀ। ਤੇ ਉਪਦੇਸ਼ ਜੋ ਵੀ ਦਿੱਤਾ ਗਿਆ ਹੈ ਨਾ, ਇਹ ਐਵੇਂ ਨਹੀਂ ਦਿੱਤਾ ਗਿਆ ਹੈ। ਇਹਨੂੰ ਵਾਰ-ਵਾਰ ਖਿਆਲ ਵਿੱਚ ਰੱਖਣਾ ਹੈ। ਇਹੋ ਹੀ ਮੰਤਰ ਹੈ। ਮੰਤਰ ਦਾ ਭਾਵ ਹੀ ਉਪਦੇਸ਼ ਹੁੰਦਾ ਹੈ। ਗੁਰ ਮੰਤਰਹੀਣ ਸਪਰਾਣੀ। ਕਹਿੰਦੇ ਜਿਹੜਾ ਗੁਰੂ ਨੂੰ ਮੰਤਰ ਨੂੰ ਯਾਦ ਨਹੀਂ ਨਾ ਰੱਖਦਾ, ਉਹ ਗਧਾ ਹੈ, ਉਹ ਕੂਕਰ ਹੈ, ਸੂਕਰ ਹੈ।
ਉਪਦੇਸ਼ ਨੂੰ ਯਾਦ ਨਹੀਂ ਰੱਖ ਰਿਹਾ। ਤੇ ਉਪਦੇਸ਼ ਨੂੰ ਯਾਦ ਰੱਖਣਾ, ਚੇਤੇ ਰੱਖਣਾ, ਵਾਰ-ਵਾਰ ਮਨਨ ਕਰਨਾ, ਚੇਤੇ ਰੱਖਣ ਦਾ ਭਾਵ ਹੁੰਦਾ ਮਨ ਦੇ ਵਿੱਚ ਵਾਰ-ਵਾਰ ਰਿਪੀਟ ਕਰਨਾ। ਜਿਵੇਂ ਸੰਸਾਰਿਕ ਗੱਲਾਂ ਰਿਪੀਟ ਕਰਦੇ ਹੋ ਤੁਸੀਂ, ਸੰਸਾਰਿਕ ਗੱਲਾਂ ਰਿਪੀਟ ਨਹੀਂ ਕਰਨੀਆਂ ਹਨ। ਗੁਰੂ ਦੇ ਉਪਦੇਸ਼ ਨੂੰ ਵਾਰ-ਵਾਰ ਖਿਆਲ ਵਿੱਚ ਲਿਆਉਣਾ, ਸਮਝਣਾ, ਫਿਰ ਸਮਝਣਾ। ਇਹ ਭੁੱਲ ਜਾਵੇਗਾ, ਵਾਰ-ਵਾਰ ਭੁੱਲੇਗਾ, ਵਾਰ-ਵਾਰ ਖਿਆਲ ਵਿੱਚੋਂ ਨਿਕਲ ਜਾਂਦਾ ਹੈ, ਫਿਰ ਸੰਸਾਰ ਵੱਲ ਬਿਰਤੀ ਚਲੇ ਜਾਂਦੀ। ਬਹੁਤੇ ਪ੍ਰੇਮੀਆਂ ਨੇ ਇੱਦਾਂ ਹੁੰਦਾ ਹੈ, ਉਹ ਬਹੁਤੇ ਨਿਕਲਦੇ ਹਨ ਬਾਹਰ, ਗੱਲ ਸਮਝ ਵਿੱਚ ਆਉਂਦੀ ਹੈ, ਵੈਰਾਗ ਵੀ ਹੋ ਜਾਂਦਾ ਹੈ, ਕਈਆਂ ਨੂੰ ਉਪਰਾਮ ਵੀ ਹੋ ਜਾਂਦੇ ਹਨ ਕੁਛ ਚਿਰ ਵਾਸਤੇ, ਫਿਰ ਸੰਸਾਰ ਵੱਲ ਮਨ ਚਲੇ ਜਾਂਦਾ ਹੈ, ਫਿਰ ਭਟਕ ਜਾਂਦੇ ਹਨ, ਫਿਰ ਭੁੱਲ ਜਾਂਦੇ ਹਨ ਉਪਦੇਸ਼ ਨੂੰ। ਬੜੀ ਕਸ਼ਿਸ਼ ਹੈ ਸੰਸਾਰ ਦੀ, ਬੜੀ ਪਕੜ ਹੈ। ਫਿਰ ਡਰਦਾ ਵੀ ਹੈ ਮਨ। ਇਸਤਰੀਆਂ ਤੇ ਜ਼ਿਆਦਾਤਰ ਡਰਦੀਆਂ ਹਨ, ਕਿਉਂਕਿ ਸੰਸਾਰ ਤੋਂ ਮੁਕਤ ਹੋਣ ਦਾ ਭਾਵ ਇਹ ਹੁੰਦਾ ਹੈ ਕਿ ਸੰਸਾਰ ਮਨ ਦੇ ਵਿੱਚ ਨਹੀਂ ਰਹਿ ਜਾਏਗਾ, ਤੁਹਾਡੇ ਚੇਤੇ ਦੇ ਵਿੱਚ ਨਹੀਂ ਰਹਿ ਜਾਏਗਾ, ਖਿਆਲ ਵਿੱਚ ਨਹੀਂ ਰਹਿ ਜਾਏਗਾ। ਪਹਿਲਾਂ ਨਿਰਲੇਪ ਹੋਵੋਗੇ, ਫਿਰ ਮੁਕਤ ਹੋਵੋਗੇ, ਤੇ ਫਿਰ ਅਗਲਾ ਕਦਮ ਹੋਵੇਗਾ ਜਦੋਂ ਤੁਸੀਂ ਟੋਟਲ ਨਿਰਲੇਪ ਹੋ ਜਾਓਗੇ ਨਾ। ਮਨ ਕੀਤਾ ਭਾਵ, ਮੰਨ ਲਈ ਗੱਲ, ਉਪਦੇਸ਼ ਨੂੰ ਮੰਨ ਲਿਆ ਕਿ ਸੰਸਾਰ ਮਿਥਿਆ ਹੈ, ਜਗ ਰਚਨਾ ਝੂਠ ਹੈ, ਵਾਸਤਵਿਕ ਦੇ ਵਿੱਚ ਸੱਚ ਕੁਝ ਵੀ ਨਹੀਂ। ਜਿਨ੍ਹਾਂ ਨੂੰ ਆਪਣੇ ਸਮਝਦੇ ਹਾਂ, ਮਰਨ ਤੋਂ ਬਾਅਦ ਉਹ ਛੇਤੀ ਕਰਦੇ ਹਨ ਵੀ ਛੇਤੀ ਛੇਤੀ ਦਾ ਸੰਸਕਾਰ ਕਰੋ, ਨਿਬੇੜੋ ਕੰਮ। ਕਰਦੇ ਕੰਮ ਕਰਨ ਵਾਲੇ ਹਨ ਸਾਰੇ ਹੀ ਉਸੇ ਵੇਲੇ ਲੈ ਜਾਂਦੇ ਹਨ ਫਟਾਫਟ। ਤੇ ਕੋਈ ਵੀ ਆਪਣਾ ਨਹੀਂ ਹੈ, ਸਾਰਿਆਂ ਨੂੰ ਛੱਡ ਕੇ ਜਾਣਾ। ਇੱਥੇ ਕੁਛ ਵੀ ਨਹੀਂ ਹੈ ਆਪਣਾ। ਤੇ ਜਿਹੜਾ ਜਾਣ ਲੈਂਦਾ ਹੈ, ਮਨਨ ਕਰ ਲੈਂਦਾ ਹੈ, ਤੇ ਉਹਦੇ ਉੱਤੇ ਭਾਵਨਾ ਆ ਜਾਂਦੀ ਹੈ, ਸ਼ਰਧਾ ਆ ਜਾਂਦੀ ਹੈ, ਧਿਆਨ ਹਟਦਾ ਹੈ ਸੰਸਾਰ ਵੱਲੋਂ। ਫਿਰ ਅੰਦਰ ਦਾ ਇਸ਼ਨਾਨ ਹੁੰਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਣਾ। ਫਿਰ ਉਹ ਜਿਹੜੀ ਮੈਲ ਹੈ ਸੰਸਾਰ ਦੀ ਨਿਕਲਦੀ ਹੈ। ਮੈਲ ਕੀ ਹੈ? ਇਹੋ ਹੀ ਹੈ ਮੈਲ। क्रोध है, काम है, वासना है, तृष्णा है, चाहत है, लोभ है, ये सब बीमारियां हैं, ये सब मैल है। मैल पैदा किवें हो रही है? संसार नाल जुड़ के, संसार दा चिंतन करके, संसार नूं सोच सोच के। फिर जदों अंदर दी सफाई हो जाती है ना, फिर परमात्मा दा चिंतन हुंदा है, फिर ध्यान लगदा है, फिर बाहर ध्यान नहीं रह जाता, फिर लगेगा आखिरी कदम। ते सब कुछ बाहरों सुट जाएगा। ख्याल विच रखो, समाज भी छुटेगा, अपने भी छुटणगे, परिवार भी छुटेगा, धार्मिक लोग भी छुटणगे। ते जदों गुरमुख प्यारा फिर अडोल हो जाता है ना, भी कोई गल नहीं, सब कुछ छुट गया, छुट जाण दे संसार, हुण इस जन्म तुम्हारे लेखे, अंतर्मुख हो जाता है। फिर उन्होंने रस आउण लग जाता है। फिर लोग देखते हैं धार्मिक भी इनू कुछ मिल ही रहा होगा, भी इन्ना इहदा अपमान किया, निरादर किया, इनू समाज तो बाहर करता, धर्म तो बाहर करता, फिर भी ये निश्चिंत है, खुश है, इनू मिल रहा होगा। फिर लोग उहो ही आण के सत्कार करना शुरू कर देंगे। पर यह बाद विच होवेगा, फिर उहो ही लोग सत्कार करनगे, ते बाद विच होवेगा जदों तुसीं निरलेप हो जाओगे, जदों तुसीं सत्कार नहीं चाहोगे ना, आदर नहीं चाहोगे किसी का, फिर लोग आदर करना शुरू कर देंगे, सत्कार करना शुरू कर देंगे। वास्तविक दे विच इहनूं कुछ मिल गया है गुरमुख प्यारे। उहो ही लोग जिहड़े नफरत करते सन, अगर तुसीं चलदे ही रहे, अंतर्मुख हो गए, निरलेप हो गए संसार तो, फिर निश्चिंत हो ही जाओगे, निर्लेप हो गए, ना अपना रहा, ना पराया रहा, ना किसी की चिंता रही, ना फिकर रही, कुछ भी नहीं है। अंदर अपने विच टिक गए, सुरत टिक गई, ध्यान टिक गया। इवें ही धर्म की यात्रा हुंदी है। ख्याल विच रखो, ये जो बाहर तुसी धर्म देखते रहे हो ना, जिन्हों तुसी कहते हो अमृत छक लिया, 1 साल हो गया, मन सिमरन विच नहीं टिकता, नहीं, ये पहला कदम है, प्राइमरी है। ख्याल विच रखो, ये नहीं मन टिकेगा,
ਇਹ ਸ਼ੁਰੂਆਤ ਹੈ। ਮਨ ਨੂੰ ਟਿਕਾਉਣ ਵਾਸਤੇ ਥੋੜ੍ਹਾ ਜਿਹਾ ਤੁਹਾਨੂੰ ਅੱਗੇ ਜਾਣਾ ਪਵੇਗਾ। ਅੱਗੇ ਜਾਣ ਵਾਸਤੇ ਉਪਦੇਸ਼ ਨੂੰ ਵਾਰ-ਵਾਰ ਮਨਨ ਕਰਨਾ ਪੈਂਦਾ ਹੈ, ਵਾਰ-ਵਾਰ ਖਿਆਲ ਵਿੱਚ ਰੱਖਣਾ ਪੈਂਦਾ ਹੈ। ਆ ਦੇਖੋ, ਮੈਂ ਰੋਜ਼ ਹੀ ਬੋਲ ਰਿਹਾ ਹਾਂ, ਰੋਜ਼ ਹੀ ਪ੍ਰੇਮੀ ਕਈ ਸੁਣਦੇ ਹਨ। ਜਦੋਂ ਸੁਣਦੇ ਹਨ ਖਿਆਲ ਵਿੱਚ ਰਹਿੰਦਾ ਹੈ ਉਹਨਾਂ ਦੇ, ਫਿਰ ਭੁੱਲ ਜਾਂਦੇ ਹਨ। ਥੋੜ੍ਹਾ ਚਿਰ ਹੀ ਰਹਿੰਦਾ ਹੈ, ਫਿਰ ਕੋਈ ਟੈਲੀਫੋਨ ਆ ਗਿਆ, ਕਾਰੋਬਾਰ ਸ਼ੁਰੂ ਹੋ ਗਏ, ਬੱਚਿਆਂ ਵੱਲ ਧਿਆਨ, ਪਰਿਵਾਰ ਵੱਲ ਧਿਆਨ, ਕਾਰੋਬਾਰ ਵੱਲ ਧਿਆਨ, ਫਿਰ ਭੁੱਲ ਗਏ। ਫਿਰ ਸ਼ਾਮ ਨੂੰ ਸੁਣਦੇ ਹਨ, ਫਿਰ ਖਿਆਲ ਵਿੱਚ ਰਹਿੰਦਾ ਹੈ, ਫਿਰ ਭੁੱਲ ਜਾਂਦਾ। ਵਾਰ-ਵਾਰ ਭੁੱਲ ਜਾਂਦਾ ਹੈ ਬੰਦਾ। ਤੇ ਇਹਨੂੰ ਵਾਰ-ਵਾਰ ਚੇਤੇ ਰੱਖਣਾ ਹੈ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਕਈ ਪ੍ਰੇਮੀਆਂ ਨੂੰ, ਤੁਸੀਂ ਵਾਰ-ਵਾਰ ਸੁਣਿਆ ਕਰੋ, ਵਾਰ-ਵਾਰ। ਜਿਹੜੇ ਵਿਹਲੇ ਹਨ ਉਹ ਤੇ ਸੁਣੀ ਜਾਣ ਵਾਰ-ਵਾਰ, ਤਾਂ ਤੁਹਾਡੇ ਖਿਆਲ ਵਿੱਚ ਰਹੇਗਾ, ਤਾਂ ਮਨਨ ਹੋਵੇਗਾ। ਅਗਰ ਪੂਰਾ ਮਨਨ ਹੋ ਗਿਆ ਨਾ, ਮਨ ਅੰਦਰ ਵਸ ਗਿਆ ਕਹਿ ਲਈਏ ਉਪਦੇਸ਼, ਉਹਦੇ ਤੇ ਭਾਵਨਾ ਹੋ ਗਈ, ਫਿਰ ਅਗਲੀ ਯਾਤਰਾ ਬਹੁਤ ਸੁਖਾਲੀ ਹੁੰਦੀ, ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਵਾਸਤਵਿਕ ਦੇ ਵਿੱਚ ਵੀ ਧਰਮ ਇਹ ਹੈ। ਧਰਮ ਕਹਿੰਦਾ ਹੈ ਵੀ ਸੰਸਾਰ ਝੂਠ ਹੈ, ਅਸਤ ਹੈ, ਇਹ ਸਾਧੋ, ਇਹ ਜਗਤ ਮਿਥਿਆ ਮਾਨੋ, ਮਿਥਿਆ ਜਾਣੋ, ਝੂਠ ਹੈ। ਸਾਧਨਾ ਕਰਨ ਵਾਲੇ ਨੂੰ ਕਿਹਾ ਇਹਦੇ 'ਚ ਸੱਚ ਕੁਛ ਨਹੀਂ, ਵਾਸਤਵਿਕ ਨਹੀਂ। ਇਸੇ ਕਰਕੇ ਤੇ ਭੋਰੇ 'ਚ ਬੈਠ ਕੇ ਗੁਰੂ ਤੇਗ ਬਹਾਦਰ ਜੀ ਸਾਧਨਾ ਕਰਦੇ ਸਨ ਵੀ ਸੰਸਾਰ ਵੱਲੋਂ ਧਿਆਨ ਹਟੇ। ਕਈ ਜੰਗਲਾਂ ਦੇ ਵਿੱਚ ਚਲੇ ਗਏ ਸੰਸਾਰ ਵਿੱਚੋਂ ਧਿਆਨ ਹਟਾਉਣ ਵਾਸਤੇ, ਪਰ ਤੁਸੀਂ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ ਰਹਿ ਰਹੇ ਹੋ, ਉੱਥੇ ਵੀ ਹਟ ਸਕਦਾ ਹੈ ਧਿਆਨ, ਪਰ ਬਹੁਤ ਜ਼ਿਆਦਾ ਮਨਨ ਕਰਨਾ ਪਵੇਗਾ ਤੁਹਾਨੂੰ ਅੱਠੇ ਪੈਰ। ਤੇ ਇਹਦੇ ਨਾਲ ਸੰਸਾਰ ਵਿੱਚ ਜ਼ਰੂਰੀ ਨਹੀਂ ਹੈ ਤੁਸੀਂ ਕਾਮਯਾਬ ਹੋ, ਇਹ ਵੀ ਖਿਆਲ ਵਿੱਚ ਰੱਖਣ ਯੋਗ ਹੈ। ਆਮ ਧਾਰਮਿਕ ਲੋਕ ਤੇ ਇਹੋ ਕਹਿੰਦੇ ਹਨ ਕਿ ਸੰਸਾਰ ਦੇ ਵਿੱਚ ਵੀ ਪੂਰੀ ਤਰੱਕੀ ਕਰੋ, ਤੇ ਜਿਹੜਾ ਤਰੱਕੀ ਕਰਦਾ ਸੰਸਾਰ ਦੇ ਵਿੱਚ ਵੀ ਪੂਰੀ, ਬੱਲੇ ਬੱਲੇ ਕਿੰਨੇ ਟਰਾਲੇ ਬਾਲੇ। ਇਹ ਹੈ ਗੁਰਮੁਖ ਪਿਆਰਾ। ਬਾਣੀ ਤੇ ਬਾਣੇ ਦਾ ਵੀ ਪੱਕਾ, ਤੇ ਬਾਹਰ ਵੀ ਦੇਖੋ ਸੰਸਾਰ 'ਚ ਕਿੰਨੀਆਂ ਤਰੱਕੀਆਂ ਕਰਦਾ, ਉਹਦਾ ਬੜਾ ਸਤਿਕਾਰ ਕਰਦੇ, ਆਦਰ ਕਰਦੇ। ਇਹ ਬਾਹਰ ਮੁਖੀ ਧਾਰਮਿਕ ਲੋਕ। ਤੇ ਮੈਂ ਕਹਿੰਦਾ ਐਸਾ ਜ਼ਰੂਰੀ ਨਹੀਂ, ਸੰਸਾਰ 'ਚ ਤੁਸੀਂ ਕਾਮਯਾਬ। ਤੇ ਅੰਦਰ ਦੀ ਜਿਹੜੀ ਯਾਤਰਾ ਹੈ ਨਾ, ਉਹ ਇਵੇਂ ਹੋਵੇਗੀ। ਅਗਰ ਤੁਹਾਨੂੰ ਪਿਆਸ ਹੈ, ਤੜਪ ਹੈ ਪ੍ਰਮਾਤਮਾ ਦੀ, ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਸੰਸਾਰ ਤੋਂ ਛੁੱਟਣਾ ਚਾਹੁੰਦੇ ਹੋ, ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੇ ਹੋ, ਸਦਾ ਵਾਸਤੇ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ, ਉਸ ਆਨੰਦਮਈ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ, ਤੇ ਕਦਮ ਬਾ ਕਦਮ ਤੁਹਾਨੂੰ ਅੱਗੇ ਧਰਮ ਦੀ ਯਾਤਰਾ ਕਰਨੀ ਪਵੇਗੀ, ਤੇ ਪਿਛਲੇ ਕਦਮਾਂ ਨੂੰ ਛੱਡਣਾ ਪਵੇਗਾ। ਇਹੋ ਹੀ ਮੈਂ ਕਹਿੰਦਾ ਹਾਂ ਵਾਰ-ਵਾਰ, ਪਿਛਲੇ ਕਦਮਾਂ ਨੂੰ ਛੱਡਣਾ ਪੈਂਦਾ ਹੈ ਹਰ ਇੱਕ ਨੂੰ ਜਿਹੜਾ ਅੱਗੇ ਦੀ ਯਾਤਰਾ ਕਰਦਾ। ਜਿਹੜੇ ਪਿਛਲੇ ਕਦਮ ਨਹੀਂ ਨਾ ਛੱਡਦਾ, ਉਹ ਅੱਗੇ ਕਦਮ ਰੱਖ ਹੀ ਨਹੀਂ ਸਕਦਾ। ਪਿਛਲਾ ਪੌਡੇ ਤੋਂ ਕਦਮ ਚੱਕੋਗੇ ਤਾਂ ਹੀ ਅੱਗੇ ਰੱਖੋਗੇ ਨਾ। ਤੇ ਪਿਛਲੇ ਧਰਮ ਕਰਮ ਸਭ ਕੁਝ ਛੱਡਣੇ ਪੈਂਦੇ ਹਨ ਅਗਲੇ ਕਦਮ ਨੂੰ ਰੱਖਣ ਵਾਸਤੇ। ਇਹ ਗੱਲ ਖਿਆਲ ਵਿੱਚ ਰੱਖੋ। ਇਹੋ ਮੈਂ ਕਹਿੰਦਾ ਹਾਂ ਨਾ, ਕੱਲ੍ਹ ਵੀ ਕਿਹਾ ਸੀ ਵੀ ਬਾਹਰੀ ਧਰਮ ਜੋ ਸਥੂਲ ਸੰਸਾਰ ਦੇ ਨਾਲ ਤੁਹਾਨੂੰ ਜੋੜ ਰਿਹਾ ਹੈ, ਆਕਾਰ ਦੇ ਨਾਲ ਜੋੜ ਰਿਹਾ, ਇਹਨੂੰ ਛੱਡਣਾ ਪਵੇਗਾ ਅਗਲੇ ਕਦਮ ਵਾਸਤੇ। ਤੇ ਅਗਲੇ ਕਦਮ ਤੇ ਤੁਸੀਂ ਜਾਣਾ ਹੈ ਧਰਮ ਦੇ, ਤੇ ਪਿਛਲੇ ਕਦਮ ਛੱਡਣੇ ਪੈਂਦੇ ਹਨ। ਤੇ ਜਿਹੜਾ ਨਹੀਂ ਛੱਡਦਾ ਹੈ, ਨਾ ਉਹ ਅੱਗੇ ਚੱਲਦਾ ਹੈ, ਨਾ ਉਹ ਪਿੱਛੇ ਰਹਿੰਦਾ ਹੈ, ਵਜਾਏ ਹੀ ਡਾਵਾਂ ਡੋਲ, ਨਾ ਇੱਧਰ ਦਾ ਨਾ ਉੱਧਰ।